तो आओ साहब संगत जी, ਆਪਣੇ ਕੋਲ ਜੋ ਹੋਰ ਸਵਾਲ ਹੋ ਸਕਦੇ ਨੇ ਦਿੱਤੇ ਸਮੇਂ 'ਚ ਆਪਾਂ ਕਰਾਂਗੇ। ਤੇ ਪਿਛਲੀ ਵਾਰੀ ਜਿਸ ਵੇਲੇ ਵਿਚਾਰ ਚੱਲ ਰਹੀ ਸੀ ਤਾਂ ਵਿਚਾਰ ਚਲਦਿਆਂ ਡਾਕਟਰ ਸਾਹਿਬ ਸਿੰਘ ਜੀ ਸ਼ਾਇਦ ਪੱਟੀ ਤੋਂ ਨੇ। ਉਹਨਾਂ ਨੇ ਇੱਕ ਸਵਾਲ ਦੇ ਇੱਕ ਗੁਰਬਾਣੀ ਦੀ ਤੁਕ ਬੋਲੀ ਸੀ, ਨਾ ਕਉ ਮੂਆ ਨਾ ਮਰਨੇ ਜੋ। ਇਹਦੇ ਬਾਰੇ ਜੋ ਕਿ ਮਤਲਬ ਅਭੀ ਦੀ ਪੂਰੀ ਜਿਹੜੀ ਐਕਸਪਲੇਨੇਸ਼ਨ ਹੈ, ਜਿਹੜੀ ਉਦੋਂ ਡਿਸਕਸ਼ਨ ਚੱਲ ਰਹੀ ਸੀ, ਕਿਉਂਕਿ ਉਸ ਵੇਲੇ ਸਮਾਂ ਹੋ ਗਿਆ ਸੀਗਾ। ਤੋ ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ ਨੂੰ ਵੀ ਇਹਦੇ ਬਾਰੇ ਉਹ ਕੰਪਲੀਟ ਕਰਨੇ ਇਸ ਗੱਲ ਨੂੰ, ਕਿਉਂਕਿ ਉਦੋਂ ਡਿਸਕਸ਼ਨ ਦੇ ਵਿੱਚ ਇਹ ਗੱਲ ਚੱਲ ਰਹੀ ਸੀ। ਤੋ ਵੀਰ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਇਹ ਪਾਵਨ ਪੰਕਤੀ ਰਾਮਕਲੀ ਰਾਗ ਦੇ ਸ਼ਬਦ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਸਾਹਿਬ ਜੀ ਦੇ ਪਾਵਨ ਅੰਕ 885 ਤੇ ਸ਼ੋਭਤ ਹੈ। ਉਸ ਗੁਰਬਾਣੀ ਦੀ ਪੰਕਤੀ ਉਸ ਸ਼ਬਦ ਦੇ ਵਿੱਚੋਂ ਲਈ ਗਈ ਹੈ। ਜਦੋਂ ਵੀ ਅਸੀਂ ਕਿਤੇ ਗੁਰਬਾਣੀ ਦੀ ਵਿਚਾਰ ਕਰਨੀ ਹੈ, ਸਭ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਵੀ ਅਸੀਂ ਉਹਦੀ ਰਹਾਉ ਦੀ ਪੰਕਤੀ ਦੀ ਵਿਚਾਰ ਕਰੀਏ, ਜਿੱਥੋਂ ਸਾਨੂੰ ਪੂਰੀ ਸਮਝ ਆ ਜਾਏ। ਜਦੋਂ ਅਸੀਂ ਇੱਕ ਪੰਕਤੀ ਦੀ ਵਿਚਾਰ ਕਰਦੇ ਹਾਂ ਤਾਂ ਉਹ ਗੱਲ ਪੂਰੀ ਬਣਦੀ ਨਹੀਂ ਤੇ ਨਾ ਹੀ ਪੂਰੀ ਤਰ੍ਹਾਂ ਸਮਝ ਵਿੱਚ ਆਉਂਦੀ ਹੈ। ਇਹ ਜਿਹੜਾ ਸ਼ਬਦ 4 ਅੰਕਾਂ ਦਾ ਇਹਦਾ ਸ਼ਬਦ ਹੈ, 10ਵਾਂ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ। ਇਹਦੇ 'ਚ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਆਪ ਜੀ ਦੀ ਸਕਰੀਨ ਤੇ ਵੀ ਸ਼ੇਅਰ ਹੋ ਗਿਆ। ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਆਮ ਤੌਰ ਤੇ ਮ੍ਰਿਤਕ ਦੇ ਅਕਾਲ ਚਲਾਣੇ ਦੇ ਅੰਤਮ ਅਰਦਾਸ ਦੇ ਵੇਲੇ ਸ਼ਬਦ ਪੜ੍ਹੇ ਜਾਂਦੇ ਨੇ, ਪਰ ਜੇ ਇਹਦੇ ਵਿਚਾਰ ਸਮਝ ਲਈਏ, ਅੰਤਰੀਵ ਭਾਵ ਸਮਝ ਲਈਏ, ਫਿਰ ਇਉਂ ਲੱਗਦਾ ਵੀ ਇਹ ਸ਼ਬਦ ਤਾਂ ਮ੍ਰਿਤਕ ਦੇ ਨਾਲ ਸੰਬੰਧ ਹੀ ਨਹੀਂ ਸੀ ਰੱਖਦਾ। ਅਸਲ ਕਹਾਣੀ ਤਾਂ ਸਾਰੀ ਇਹ ਜਿਉਂਦਿਆਂ ਜੀ ਸ਼ਬਦ ਪੜ੍ਹਨ ਦੀ ਸੀ। ਰਹਾਉ ਦੀ ਪੰਕਤੀ ਹੈ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਇਸ ਰਹਾਉ ਦੀ ਪੰਕਤੀ ਵਿੱਚ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਭਾਈ, ਅਸਲ 'ਚ ਜੀਵ ਆਤਮਾ ਤਾਂ ਮਰਦੀ ਨਹੀਂ। ਦੱਸੋ ਕੌਣ ਮਰਿਆ? ਇਹ ਮਰਦੀ ਨਹੀਂ ਕਹਿੰਦੇ, ਪੱਕੀ ਗੱਲ ਹੈ। ਜਿਹੜਾ ਕੋਈ ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਪਰਮਾਤਮਾ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ, ਉਹਨੂੰ ਬੇਸ਼ੱਕ ਇਹ ਗੱਲ ਪੁੱਛ ਕੇ ਵੇਖ ਲਓ, ਇਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਵੀ ਜਨਮ ਤੇ ਮਰਨ ਵਾਲੀ ਜਿਹੜੀ ਕਹਾਣੀ ਹੈ ਇਹ ਖੇਡ ਹੈ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਇਹ ਰਹਾਉ ਦੀ ਪੰਕਤੀ ਹੈ ਜਿਹੜੀ ਇਸ ਸ਼ਬਦ ਦੀ ਹੈ। ਤੋ ਇਹ ਜੋ ਕੁਝ ਅਸੀਂ ਵੇਖਦੇ ਹਾਂ, ਆਪਣਾ ਆਲਾ ਦੁਆਲਾ ਪਸਾਰਾ ਜੋ ਕੁਝ ਅਸੀਂ ਵੇਖਦੇ ਹਾਂ, ਇਹ ਪਰਮੇਸ਼ਰ ਦਾ ਇੱਕ ਸਰਗੁਣ ਸਰੂਪ ਹੈ। ਇਸ ਸਰਗੁਣ ਸਰੂਪ ਦੇ ਵਿੱਚ ਨਿਰਗੁਣ ਦਾ ਆਪਣਾ ਵਾਸਾ ਹੈ, ਉਹਦਾ ਪਰਮ ਨਿਵਾਸ ਹੈ, ਪਰ ਹੈ ਉਹ ਸੂਖਮ, ਦਿਸਦਾ ਨਹੀਂ। ਅਸੀਂ ਤੁਸੀਂ ਸਾਰੇ ਜਿੰਨੇ ਅਸੀਂ ਬੈਠੇ ਹਾਂ, ਉਹਦੀ ਜੋ ਉਹਨੇ ਪੈਦਾ ਕੀਤਾ ਹੈ, ਸਾਡਾ ਕੋਈ ਰੂਪ ਹੈ, ਸਾਡੀ ਕੋਈ ਸ਼ਕਲ ਹੈ, ਸਾਡਾ ਕੋਈ ਆਕਾਰ ਹੈ, ਸਾਡਾ ਕੋਈ ਸਰੂਪ ਹੈ। ਇਸ ਕਰਕੇ ਅਸੀਂ ਤੁਸੀਂ ਰੱਬ ਨਹੀਂ ਆ, ਪਰ ਰੱਬ ਸਾਡੇ ਵਿੱਚ ਹੈ। ਜਿਹੜੀ ਗੱਲ ਸਮਝਣ ਦੀ ਲੋੜ ਹੈ ਵੀ ਇਹ ਅਸੀਂ ਤੁਸੀਂ ਰੱਬ ਨਹੀਂ ਹੈ, ਪਰ ਰੱਬ ਸਾਡੇ ਵਿੱਚ ਹੈ, ਸਾਡੇ ਵਿੱਚ ਰਹਿੰਦਾ ਹੈ। ਨਿਰਗੁਣ ਪ੍ਰਭੂ ਸਰਗੁਣ ਦੇ ਅੰਦਰ ਰਹਿੰਦਾ ਹੈ। ਹੁਣ ਕਿਵੇਂ ਰਹਿੰਦਾ ਹੈ? ਉਹਦੀ ਕੋਈ ਖਾਸ ਰੂਪ ਨਹੀਂ, ਉਹਦਾ ਖਾਸ ਸ਼ਕਲ ਨਹੀਂ, ਆਕਾਰ ਨਹੀਂ। ਹਾਂ, ਉਹ ਜੋਤ ਸਰੂਪ ਹੈ। ਦਿਸਦਾ ਸਰਗੁਣ ਸਰੂਪ ਜਿਹੜਾ ਬਿਨਸਨਹਾਰ ਹੈ, ਪਰ ਜਿਹੜਾ ਨਿਰਗੁਣ ਸਰੂਪ ਹੈ ਜੋ ਇਹਦੇ ਵਿੱਚ ਵਸ ਰਿਹਾ ਹੈ, ਉਹ ਕਦੀ ਨਾਸ਼ ਹੋਣ ਵਾਲਾ ਨਹੀਂ, ਸਦਾ ਕਾਇਮ ਰਹਿਣ ਵਾਲਾ ਹੈ। ਇਸ ਕਰਕੇ ਮਰਦਾ ਨਹੀਂ, ਜੋ ਇਹਦੇ ਚ ਵਸਦਾ ਹੈ। ਜੋਤ ਸਰੂਪ ਪ੍ਰਭੂ, ਉਹਦੀ ਜੋਤ ਹੈ, ਉਹ ਟਿਕਾਉਂਦਾ ਹੈ ਤੇ ਆਉਂਦੀ ਹੈ, ਉਹ ਵਾਪਸ ਸੱਦਦਾ ਤੇ ਚਲੀ ਜਾਂਦੀ ਹੈ, ਪਰ ਉਹ ਦਿਸਦੀ ਨਹੀਂ। ਜੇ ਪਰਮੇਸ਼ਰ ਨਹੀਂ ਦਿਸਦਾ ਤੇ ਉਹ ਵੀ ਨਹੀਂ ਦਿਸਦੀ, ਕਿਉਂਕਿ ਸੂਖਸ਼ਮ ਪ੍ਰਭੂ ਦੀ ਸੂਖਮ ਸਰੂਪ ਹੈ, ਇਸ ਕਰਕੇ ਉਹ ਨਜ਼ਰ ਨਹੀਂ ਆਉਂਦੀ। ਹੁਣ ਜੇ ਅਸੀਂ ਥੋੜਾ ਜਿਹਾ ਸਰੀਰ ਦੀ ਕਹਾਣੀ ਵੱਲ ਦੇਖੀਏ ਤਾਂ ਸਰੀਰ ਤੇ ਆਤਮਾ ਦਾ ਅਵਸਥਾ ਭੇਦ ਕਰਕੇ ਇੱਕ ਸਥੂਲ ਹੈ, ਦੂਜਾ ਸੂਖਮ ਹੈ। ਸਥੂਲ ਵਾਂਗ ਭਾਵ ਸਰੀਰ ਰਕਤ ਬਿੰਦ ਦੇ ਮੇਲ ਤੋਂ ਬਣਨਾ ਸ਼ੁਰੂ ਹੁੰਦਾ ਹੈ, ਨਾਸ਼ਵਨ ਚੀਜ਼ਾਂ ਤੋਂ। ਇਸਤਰੀ ਪੁਰਖ ਨਾਸ਼ਵਾਨ ਹਨ। ਰਕਤ ਇਸਤਰੀ ਦੇ ਸਰੀਰ ਦਾ ਹਿੱਸਾ ਹੈ, ਬਿੰਦ ਮਰਦ ਦੇ ਸਰੀਰ ਦਾ ਹਿੱਸਾ ਹੈ।
ਦੋਨੋਂ ਜਦੋਂ ਮਿਲਦੇ ਨੇ, ਜੁਝ ਬਣਦੇ ਨੇ, ਮਾਸ ਦਾ ਲੁਥੜਾ ਬਣਦਾ, ਪ੍ਰਫੁੱਲਤ ਹੁੰਦਾ ਹੈ, ਤੇ ਉਹ ਜੀਵ ਆਤਮਾ ਦੇ ਲਈ ਇੱਕ ਜਾਮਾ ਤਿਆਰ ਕੀਤਾ ਜਾਂਦਾ ਹੈ, ਜਿੱਥੇ ਉਹ ਪਰਮੇਸ਼ਰ ਨੇ ਆਪਣੀ ਜੋਤ ਆ ਕੇ ਟਿਕਾਉਣੀ ਹੈ। ਉਹਦੇ ਲਈ ਇੱਕ ਜਾਮਾ ਤਿਆਰ ਕੀਤਾ ਜਾਂਦਾ ਹੈ, ਤੇ ਇਹ ਜਿਹੜਾ ਜਾਮਾ ਤਿਆਰ ਕੀਤਾ ਜਾਂਦਾ ਹੈ, ਉਹਦਾ ਨਾਂ ਹੈ, ਜਦੋਂ ਪਰਮੇਸ਼ਰ ਆਤਮਾ ਟਿਕਾਉਂਦਾ, ਦਾ ਨਾਂ ਹੈ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਉਦੋਂ ਇਹ ਕਹਾਣੀ ਸਾਰੀ ਜਿਹੜੀ ਹੈ ਜੀਵਨ ਦੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਉਦੋਂ ਇਹ ਇਨਸਾਨ ਦੀ ਜਿਹੜੀ ਇਸ ਸੰਸਾਰ ਦੇ ਉੱਤੇ ਹਰਕਤ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ, ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜੋਤ ਉਸ ਪਰਮੇਸ਼ਰ ਦੀ ਹੈ। ਜਦੋਂ ਅਸੀਂ ਸਮਝਦੇ ਹਾਂ ਕਿ ਪ੍ਰਾਣੀ ਮਰ ਗਿਆ, ਇਹਦੇ ਅੰਦਰਲੀ ਜੋਤ ਨਹੀਂ ਮਰਦੀ, ਕਿਉਂ ਮਰਨ ਯੋਗ ਹੀ ਨਹੀਂ ਹੈ। ਉਹ ਪਰਮੇਸ਼ਰ ਹੈ, ਪਰਮੇਸ਼ਰ ਦਾ ਹਿੱਸਾ ਹੈ, ਪਰਮੇਸ਼ਰ ਦੀ ਅੰਸ਼ ਹੈ। ਜੇ ਪਰਮੇਸ਼ਰ ਨਹੀਂ ਮਰਦਾ, ਅਸੀਂ ਨੇ ਆਪਣੇ ਦੋਸਤ ਦੇ ਮੂਲ ਮੰਤਰ 'ਚ ਵੀ ਇਹ ਗੱਲ ਪੜ੍ਹਦੇ ਹਾਂ ਵੀ ਉਹ ਪਰਮੇਸ਼ਰ ਨਹੀਂ ਮਰਦਾ, ਉਹਦਾ ਸਰੂਪ ਵੀ ਨਿਰਗੁਣ ਸਰੂਪ ਹੈ, ਦਿਸਦਾ ਵੀ ਨਹੀਂ ਹੈ। ਅਸੀਂ ਸਮਝਦੇ ਪ੍ਰਾਣੀ ਮਰ ਗਿਆ, ਅਸਲ 'ਚ ਹੁੰਦਾ ਕੀ ਹੈ ਕਿ ਉਹਦੇ ਜਿਹੜਾ ਪੰਜ ਤੱਤੀ ਸਰੀਰ ਬਣਿਆ ਹੋਇਆ ਸੀ, ਉਹ ਵਿੱਚੋਂ ਜੋਤ ਨਿਕਲ ਜਾਂਦੀ ਹੈ। ਸਰੀਰ ਦਾ ਤੱਤ ਮਿੱਟੀ ਹੈ, ਇਹ ਮਿੱਟੀ ਦਾ ਮਿੱਟੀ ਵਿੱਚ ਜਾ ਰਲਦਾ ਹੈ, ਜਿਹੜਾ ਪੰਜਵਾਂ ਤੱਤ ਹੈ, ਪੰਜਾਂ ਤੱਤਾਂ ਦਾ ਸਰੀਰ ਹੈ। ਇਹਦੇ ਬਾਰੇ ਵੀ ਇੱਕ ਕੁਐਸਚਨ ਆਇਆ ਹੋਇਆ, ਇਹ ਸ਼ਾਇਦ ਅਗਲੇ ਹਫਤੇ ਜਾਂ ਜਦੋਂ ਵੀ ਵਿਚਾਰ ਕਰਾਂਗੇ ਉਹਦੇ 'ਚ ਉਹਦਾ ਲੰਬਾ ਜਵਾਬ ਦੇ ਦਿੱਤਾ ਜਾਏਗਾ। ਮਿੱਟੀ ਧਰਤੀ ਦੀ ਮਿੱਟੀ ਨਾਲ ਮਿਲ ਜਾਂਦੀ ਹੈ। ਸਰਵ ਵਿਆਪਕ ਜੋਤ ਜਿਹੜੀ ਹੈ, ਸਰਵ ਵਿਆਪਕ ਜੋਤ ਨਾਲ ਚਲੀ ਜਾਂਦੀ ਹੈ। ਹੁਣ ਦੱਸੋ ਫਿਰ ਰੋਣ ਦਾ ਕੀ ਕਾਰਨ ਹੈ? ਜੇ ਸ਼ਬਦ ਨੂੰ ਅਸੀਂ ਪਹਿਲੇ ਅੰਕ ਤੋਂ ਲੈ ਲਈਏ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਪਵਨ ਹੈ, ਮੈਂ ਪਵਨ ਸਮਾਇਆ, ਵੀ ਜੋਤ ਜੋਤੀ 'ਚ ਰਲ ਗਈ। ਸਵਾਸ ਉਹਦੀ ਜੋਤ ਹੈ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਦੱਸੋ ਫਿਰ ਰੋਣਾ ਕਿਹਨੂੰ ਹੈ? ਰੋਮਨ ਹਰ ਕੀ ਕਵਨ ਟੇਕ, ਕਿਹਨੂੰ ਰੋਂਦੇ ਹੋ? ਕੌਣ ਮੋਰ ਹੈ, ਕੌਣ ਮੋਆ? ਦੱਸੋ ਕੌਣ ਮਰਿਆ ਬਈ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, ਇਹ ਤਾਂ ਉਹਦੀ ਖੇਡ ਹੈ। ਹੁਣ ਅੱਗੇ ਜਾ ਕੇ ਜਦੋਂ ਅਗਲਾ ਅੰਕ ਅਸੀਂ ਪੜ੍ਹਦੇ ਹਾਂ ਤਾਂ ਗੁਰੂ ਪਾਤਸ਼ਾਹ ਜੀ ਜਵਾਬ ਕਹਿੰਦੇ ਨੇ ਕਿ ਕਿਸੇ ਸਰੀਰ ਦੇ ਵਿਛੋੜੇ ਦੇ ਰੋਣ ਵਾਲਾ ਪ੍ਰਾਣੀ ਬੀਤਣ ਵਾਲੀ ਗੱਲ ਇਹ ਨਹੀਂ ਸਮਝਦਾ ਵੀ ਹੁਣ ਤਾਂ ਵਿਛੋੜਾ ਹੋ ਰਿਹਾ, ਅਖੀਰ ਇੱਥੋਂ ਕੂਚ ਕਰ ਜਾਣਾ। ਜੀਵ ਅਸਲ 'ਚ ਭਰਮ ਤੇ ਮੋਹ ਦੇ ਬੰਧਨਾਂ ਵਿੱਚ ਵੱਜ ਜਾਂਦੇ ਨੇ। ਸਰੀਰ ਦਾ ਤੇ ਜੀਵਾਤਮਾ ਦਾ ਮਿਲਾਪ ਸੁਪਨੇ ਵਾਂਗ ਆਪਾਂ ਕਈ ਪ੍ਰਮਾਣ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਵੀ ਉਹ ਕਹਿੰਦੀ ਹੈ ਮੇਰੇ ਕੋਲ, ਬਸ ਉਹ ਕਹਿੰਦਾ ਮੈਂ ਹੁਕਮੀ ਬੰਦਾ ਹਾਂ, ਮੈਨੂੰ ਹੁਕਮ ਹੋਇਆ ਮੈਂ ਉਨੀ ਦੇਰ ਰਹਿਣਾ, ਜਦੋਂ ਹੁਕਮ ਹੋਇਆ ਮੈਂ ਚਲੇ ਜਾਣਾ। ਜੀਵ ਆਤਮਾ ਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗੂ ਹੈ। ਇਹ ਸੁਪਨਾ ਅਖੀਰ ਟੁੱਟਣਾ, ਜੀਵਨ ਮੁੱਕਣਾ, ਜੀਵਨ ਖਤਮ ਹੋ ਜਾਣਾ, ਤੇ ਮਾਇਆ ਦੇ ਮੋਹ 'ਚ ਅੰਨਾ ਹੋਇਆ ਜੀਵ ਇੱਥੋਂ ਵਿਅਰਥ ਹੀ ਤੁਰ ਜਾਂਦਾ। ਹੁਣ ਆਈ ਹੈ ਜੇ ਸੰਕ ਦੀ ਗੱਲ, ਜਿਸ ਦੀ ਪੰਕਤੀ ਹੈ ਇਹਦਾ ਪੂਰਾ ਅੰਕ ਅਸੀਂ ਪੜ੍ਹ ਲਈਏ ਤਾਂ ਇਹ ਗੱਲ ਸਾਨੂੰ ਸਮਝ ਆ ਜਾਂਦੀ ਹੈ ਵੀ ਪੂਰਾ ਅੰਕ ਜਿਹੜਾ ਤੀਜਾ ਹੈ, ਇਹ ਤੋਂ ਰਚਨ ਰਚਿਆ ਕਰਤਾਰ, ਵੀ ਇਹ ਜਗਤ ਤਾਂ ਕਰਤਾਰ ਦੀ ਖੇਡ ਰਚੀ ਹੋਈ ਹੈ। ਉਸ ਕਰਤਾਰ ਦੇ ਕਦੇ ਖਤਮ ਨਾ ਹੋਣ ਵਾਲੇ ਹੁਕਮ ਵਿੱਚ ਹੀ ਜੀਵ ਇੱਥੇ ਆਉਂਦੇ ਨੇ ਤੇ ਇੱਥੋਂ ਤੁਰ ਜਾਂਦੇ ਹਨ। ਉਂਝ ਕੋਈ ਵੀ ਇੱਥੇ ਜੀਵ ਆਤਮਾ, ਜਿਹੜਾ ਪੰਕਤੀ ਹੈ ਨਾ, ਜਿਹੜੀ ਸਵਾਲ ਵਾਲੀ ਪੰਕਤੀ ਹੈ, ਨਹਿ ਕੋ ਮੂਆ ਨਾ ਮਰਨੇ ਜੋਗ, ਕਹਿੰਦੇ ਨੇ ਉਂਝ ਤਾਂ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਵੀ ਉਂਝ ਤਾਂ ਕੋਈ ਵੀ ਜੀਵ ਆਤਮਾ ਕਦੇ ਮਰਦੀ ਨਹੀਂ, ਉਹ ਨਹੀਂ ਮਰਦੀ, ਕਿਉਂਕਿ ਉਹ ਮਰਨ ਜੋਗੀ ਨਹੀਂ। ਪਰਮੇਸ਼ਰ ਦੀ ਅੰਸ਼ ਹੈ, ਪਰਮੇਸ਼ਰ ਦਾ ਹਿੱਸਾ ਹੈ, ਕਹੋ ਕਬੀਰ ਰਾਮ ਕੀ ਅੰਸ਼ ਹੈ, ਇਸ ਕਰਕੇ ਉਹਨੇ ਮਰਨਾ ਨਹੀਂ। ਇਹ ਜੀਵ ਆਤਮਾ ਕਦੇ ਨਾਸ ਹੁੰਦੀ ਨਹੀਂ। ਇਸ ਦਾ ਅਸਲਾ ਜੋ ਹੈ ਸਦਾ ਕਾਇਮ ਰਹਿਣ ਵਾਲਾ ਪਰਮੇਸ਼ਰ ਹੈ। ਜਦੋਂ ਇਹਦਾ ਅਸਲਾ ਪਰਮੇਸ਼ਰ ਕਾਇਮ ਰਹਿਣ ਵਾਲਾ ਹੈ ਤਾਂ ਫਿਰ ਇਹ ਵੀ ਨਹੀਂ ਜਾਂਦੀ। ਤੇ ਹੁਣ ਅਖੀਰ ਤੇ ਨਿਰਣਾ ਕਰਤਾ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੇ ਆਖਰੀ ਅੰਕ ਦੇ ਵਿੱਚ, ਕਹਿੰਦੇ ਨੇ ਵੀ ਦੱਸੋ ਬਈ ਵੀ ਤੁਸੀਂ ਜੀਵ ਆਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ ਉਹ ਜਿਹੀ ਹੈ ਨਹੀਂ। ਉਹ ਜੋ ਇਹ ਜਾਣ ਸੋਏ ਨਾ ਹੈ, ਤੁਸੀਂ ਜਿੱਦਾਂ ਦੀ ਸਮਝ ਰਹੇ ਹੋ ਭੁਲੇਖੇ 'ਚ ਪੈ ਕੇ, ਉਹ ਜਿਹਾ ਹੈ ਨਹੀਂ ਹੈ। ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ ਜਿਸਨੇ ਅਸਲੀਅਤ ਇਹ ਸਮਝ ਲਈ ਹੈ ਕਿ ਵੀ ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹਨੇ ਮਰਨਾ ਨਹੀਂ, ਉਹਨੇ ਉਹਦੇ 'ਚ ਸਮਾਉਣਾ ਹੈ, ਉਹਦਾ ਅੱਗੇ ਰੰਗ ਹੈ ਕਰਤਾਰ ਦੇ, ਉਹਨੇ ਰੱਖਣਾ ਹੈ, ਭੇਜਣਾ, ਕੀ ਕਰਨਾ, ਇਹ ਸਾਰੀ ਉਹਦੀ ਖੇਡ ਹੈ। ਇਸ ਖੇਡ ਦਾ ਕੋਈ ਅੰਤ ਨਹੀਂ ਪਾ ਸਕਦਾ, ਨਾ ਹੀ ਇਸ ਖੇਡ ਦਾ ਕੋਈ ਅੰਤ ਪਾ ਸਕਦਾ ਹੈ।
ਸਤਿਗੁਰੂ ਕਹਿੰਦੇ ਨੇ ਵੀ ਮੇਰਾ ਭੁਲੇਖਾ ਤਾਂ ਗੁਰੂ ਨੇ ਦੂਰ ਕਰ ਦਿੱਤਾ ਕਿ ਉਹ ਜੀਵ ਆਤਮਾ ਦਾ ਜਨਮ ਮਰਨ ਦੇ ਗੇੜ 'ਚ ਨਹੀਂ ਪੈਂਦੀ, ਨਾ ਮੁੜ ਮੁੜ ਕੇ ਜੰਮਦੀ ਹੈ ਨਾ ਮਰਦੀ ਹੈ। ਇਹ ਤਾਂ ਜੇ ਅਸੀਂ ਇੱਕ ਸਵਾਲ ਗੌੜੀ ਰਾਗ 'ਚ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ ਜਿਹ 'ਚ ਕਹਿੰਦੇ ਨੇ ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦੁਆਰ, ਬੁਝ ਰੇ ਗਿਆਨੀ ਇਹ ਵਿਚਾਰ, ਕਥਤਾ ਬਖਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ, ਦੇਹੀ ਮਾਟੀ। ਬੋਲੇ ਪੌਣ, ਪੌਣ ਸਵਾਸ, ਸਵਾਸ ਕਿਹੜੇ? ਪਰਮੇਸ਼ਰ ਦੇ। ਇਹਦਾ ਪੌਣ ਅੰਕ ਜਿਹਨੂੰ ਅਸੀਂ ਪੰਜਾਂ ਤੱਤਾਂ ਚੋਂ ਇੱਕ ਤੱਤ ਪੌਣ ਹੈ। ਫਿਰ ਉੱਥੇ ਕਹਿੰਦੇ ਨੇ ਬੁਝ ਰੇ ਗਿਆਨੀ, ਮੂਆ ਹੈ ਕੌਣ? ਵਿਗਿਆਨਵਾਨ ਪੁਰਸ਼ ਇਹ ਦੱਸ ਮਰਿਆ ਕੌਣ? ਕਹਿੰਦੇ ਮਰੀ ਜਿਹੜੇ ਹੰਕਾਰ ਦੀ ਸੋਚ ਸੀ, ਬਾਦ ਦੀ ਸੋਚ ਸੀ। ਜਦੋਂ ਬੰਦਾ ਆਨੰਦ ਦੀਆਂ ਪੌੜੀਆਂ ਤੇ ਚੜ੍ਹਦਾ ਨਾ ਤਾਂ ਫਿਰ ਉਹ ਚੀਜ਼ ਮਰਦੀ ਹੈ। ਬੰਦਾ ਇਹ ਨਹੀਂ ਉਹ ਨਹੀਂ ਮਰਦੀਆਂ ਚੀਜ਼ਾਂ। ਤੇ ਗੁਰੂ ਪਾਤਸ਼ਾਹ ਨੇ ਉਸ ਸ਼ਬਦ ਵਿੱਚ ਵੀ ਮਿਲਾਪ ਦੀ ਗੱਲ ਕੀਤੀ ਹੈ, ਉਹ ਸਾਰੀ ਗੱਲ ਦੱਸੀ ਹੈ। ਤਾਂ ਇਹ ਜਿਹੜਾ ਸ਼ਬਦ ਹੈ ਇਹ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਾਨੂੰ ਸਮਝਾ ਦਿੱਤੀ ਵੀ ਇਹ ਤਾਂ ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਇਹ ਜਿਹੜੀ ਜੀਵ ਆਤਮਾ ਹੈ ਇਹ ਨਾ ਬੁੱਢੀ ਹੋਣੀ ਹੈ, ਨਾ ਇਹ ਜਵਾਨ ਹੋਣੀ ਹੈ, ਨਾ ਇਹ ਬਾਲਾ ਹੈ, ਨਾ ਇਹਨੂੰ ਦੁੱਖ ਲੱਗਣਾ ਹੈ, ਨਾ ਇਹਨੂੰ ਕੋਈ ਮੌਤ ਆਉਣੀ ਹੈ, ਨਾ ਇਹ ਬਿਨਸੇ ਨਾ ਇਹ ਜਾਏ, ਆਦ ਜੁਗਾਤੀ ਰਿਹਾ ਸਮਾਏ। ਇਹ ਗੌਂਡ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ, ਲੰਬਾ ਸ਼ਬਦ ਹੈ। ਨਾ ਉਸ ਹੁਸਾਨ, ਨਾ ਹੀ ਸੀਦ, ਨਾ ਗਰਮੀ ਹੈ, ਨਾ ਸਰਦੀ ਹੈ, ਨਾ ਇਸ ਦੁਸ਼ਮਣ, ਨਾ ਇਸ ਮੀਤ। पूरा शब्द स्क्रीन पे आप जी पढ़ सकते हो। ना इस हरख नहीं इस सोग, सब कुछ इसका एक करने जोग, ना इस बाप नहीं इस माया, ये परंपर होता आया, पाप पुण्य का इस लेप न लागे, घटका दे अंतर सद ही जागे। हुण ये लेप जिहड़ी है जीव आत्मा तो जाती नहीं है, मरदी नहीं है। तो ये गल स्पष्ट हो जाती है कि आत्मा परम आत्मा परमेश्वर का एक हिस्सा है। जे परम आत्मा खत्म नहीं हुंदा ਤੇ ਇਹ ਆਤਮਾ ਵੀ ਖਤਮ ਨਹੀਂ ਹੁੰਦੀ। ਕਰਤਾਰ ਦੀ ਖੇਡ ਹੈ ਵੀ ਉਹ ਸਾਡੇ ਇਸ ਸਰੀਰ ਦੇ ਸਵਾਸ ਮੁੱਕਣ ਤੋਂ ਬਾਅਦ ਉਹਦੇ ਵਿੱਚ ਸਮਾਣੀ ਹੈ, ਉਹਨੇ ਅੱਗੇ ਜਨਮ ਮਰਨ ਚ ਪਾਉਣਾ ਹੈ। ਸਾਡੇ ਸੰਸਕਾਰ ਕੀ ਨੇ ਇਹ ਅਕਾਲ ਪੁਰਖ ਦੀਆਂ ਅਕਾਲਪੁਰਖ ਖੇਡਾਂ ਜਾਣਦਾ। ਜਦੋਂ ਇਹ ਖੇਡ ਹੈ ਤੇ ਖੇਡ ਵਾਂਗੂ ਹੀ ਖੇਡਣਾ ਚਾਹੀਦਾ, ਨਾ ਕਿ ਅਸੀਂ ਇਹ ਸੋਚੀਏ ਜੀ ਉਹ ਕੀ ਹੋਏਗਾ ਜੀ, ਕਿੱਥੋਂ ਆਇਆ ਜੀ, ਕਿਸ ਤਰ੍ਹਾਂ ਬਣਿਆ ਜੀ, ਕੀ ਕਹਾਣੀ ਹੈ ਸਾਰੀ। ਅਸਲ ਵਿੱਚ ਇਸ ਕਹਾਣੀ ਨੂੰ ਅਸੀਂ ਸਮਝ ਵੀ ਨਹੀਂ ਸਕਦੇ। ਜੇ ਅੰਤ ਨਾ ਸਿਫਤੀਆਂ ਵਾਲੀ ਪੌੜੀ ਜੇ ਜਪਜੀ ਦੀ 24ਵੀਂ ਪੌੜੀ ਪੜ੍ਹਦੇ ਆ, ਕਹਿੰਦੇ ਨੇ ਏਵੜ ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ। ਜੇ ਕੋਈ ਉੱਥੇ ਹੋਏਗਾ ਤਾਂ ਸਮਝੇਗਾ। ਸਾਡੇ ਵਰਗਿਆਂ ਨੇ ਤੇ ਕਹਾਣੀ ਨੂੰ ਅਜੇ ਜਿੰਨਾ ਕੁ ਸਮਝਿਆ ਉਹਨਾਂ ਕੁ ਆਪ ਜੀ ਨਾਲ ਸਾਂਝਾ ਕਰ ਦਿੱਤਾ। ਤੋ ਇਹ ਕੋਈ ਜਿਹੜੀ ਪੰਕਤੀ ਹੈ ਨਾ ਕੋ ਮੂਆ ਨਾ ਮਰਨੇ ਜੋਗ, ਸਪਸ਼ਟ ਆਤਮਾ ਦੇ ਬਾਰੇ ਵਿੱਚ ਹੈ। ਜਿਹੜੀ ਆਤਮਾ ਦੀ ਕਹਾਣੀ ਜਿਹੜੀ ਬਿਆਨ ਕੀਤੀ ਗਈ ਹੈ, ਨਾ ਇਹ ਬਿਨਸੇ ਅਬਨਾਸੀ ਹੋ ਗਿਆ, ਉਸ ਕਰਤਾਰ ਦੀ ਖੇਡ ਹੈ। ਇਹ ਤੋਂ ਰਚਨ ਰਚਿਆ ਕਰਤਾਰ ਹੈ। आवत जात हुक्म अपार है, ਉਹਦਾ ਹੁਕਮ ਹੈ। ਸਰੀਰ ਜਾਏਗਾ ਆਏਗਾ, ਲੇਕਿਨ ਜੋਤ ਪਰਮ ਜੋਤ ਪਰਮੇਸ਼ਰ ਦੀ ਜੋਤ ਹੈ, ਉਸ ਦੀ ਖੇਡ ਹੈ। ਉਹਨੇ ਕਿੱਥੇ ਰੱਖਣੀ ਤੇ ਕਿਵੇਂ ਟਿਕਾਉਣੀ ਤੇ ਕੀ ਕਹਾਣੀ, ਇਹ ਸਾਰੀ ਕਰਤੇ ਦੀਆਂ ਕਰਤਾ ਹੀ ਜਾਣਦਾ ਹੈ। ਕਹੋ ਨਾਨਕ ਕਰਦੇ ਦੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਲਿਆ। ਇਹ ਉਸੀ ਹੈ ਜੀ। ਇੰਨੇ ਕੁ ਪ੍ਰਵਾਨ ਕਰਨਾ ਜੀ। ਇਸ ਵਿੱਚ ਹੋਰ ਵਾਧਾ ਕਿਸੇ ਦੇ ਵਿਚਾਰ ਹੋਣ ਤੋਂ ਕਰ ਸਕਦੇ ਹੋ। ਭੁੱਲ ਚੁੱਕ ਦੀ ਖਿਮਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾਰ ਦੀਆਂ ਖੇਡਾਂ ਕਰਤਾਰ ਹੀ ਜਾਣਦੇ ਆ। ਤੋ ਸਾਧ ਸੰਗਤ ਇਹਦੇ ਬਾਰੇ ਵਿਚਾਰ ਡਿਟੇਲ ਇੱਕ ਲੈਕਚਰ ਵੀ ਹੋਇਆ ਸੀ ਆਤਮਾ ਤੇ, ਉਹਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਨੇ ਕਵਰ ਹੋਈਆਂ ਨੇ, ਉਹ ਆਲਰੇਡੀ ਪਹਿਲੇ ਹੋ ਚੁੱਕਾ। ਤੋ ਮੈਂ ਬੇਨਤੀ ਕਰਦੇ ਹਾਂ ਵੀ ਸਮਾਜ ਵਿੱਚ ਵਿਚਰਦੇ ਹਾਂ, ਕੁਝ ਲਾਜ਼ ਹੁੰਦੇ ਨੇ ਤੇ ਕੁਝ ਪ੍ਰੈਕਟਿਸਿਸ ਹੁੰਦੀਆਂ ਨੇ। ਜੇ ਕਈ ਵਾਰ ਕਈ ਪ੍ਰੈਕਟਿਸ ਜਿਹੜੀ ਹੈ ਉਹ ਭਾਵੇਂ ਲਾਅ ਦੇ ਵਿੱਚ ਨਹੀਂ ਹੈ, ਪਰ ਉਹਨੂੰ ਓਵਰਪਾਵਰ ਕਰ ਜਾਂਦੀ ਹੈ ਤੇ ਉਹਨੂੰ ਸੋਸ਼ਲੀ ਐਕਸੈਪਟ ਕੀਤਾ ਜਾਂਦਾ। ਪਰੰਤੂ ਪਰਮਾਰਥ ਵਿੱਚ ਐਸਾ ਨਹੀਂ। ਇੱਥੇ ਪ੍ਰੈਕਟਿਸ ਜਿਹੜੀ ਹੈ ਉਹ ਕੋਈ ਵੀ ਪ੍ਰੈਕਟਿਸ ਭਾਵੇਂ ਸਾਰਾ ਸੰਸਾਰ ਕਿਉਂ ਨਾ ਕਰੇ, ਅਗਰ ਉਹ ਗੁਰਬਾਣੀ ਦੀ ਜੋ ਸਪਿਰਿਟ ਹੈ ਉਹਦੇ ਨਾਲ ਨਹੀਂ ਮਿਲਦੀ, ਗੁਰਬਾਣੀ ਦੀ ਸਪਿਰਿਟ ਨਾਲ ਨਹੀਂ ਮਿਲਦੀ, ਤਾਂ ਉਹ ਐਕਸੈਪਟ ਨਹੀਂ ਹੋ ਸਕਦੀ। ਤਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਪ੍ਰਚਲਿਤ ਹੋ ਜਾਂਦੀਆਂ ਨੇ। ਤੋ ਇਸੇ ਤਰ੍ਹਾਂ ਜਿਹੜਾ ਇਹ ਸ਼ਬਦ ਹੈ ਇਹਦੇ ਬਾਰੇ ਵੀ ਕਿਉਂਕਿ ਪ੍ਰਚਲਿਤ ਹੋ ਗਿਆ ਵੀ ਕੋਈ ਪੁਰਾਣੀ ਜਿਸ ਵੇਲੇ ਦੀ ਅੰਤਮ ਸੰਸਕਾਰ ਅੰਤਮ ਅਰਦਾਸ ਹੁੰਦੀ ਹੈ, ਉਹਦੇ ਚ ਬਹੁਤੀ ਵਾਰੀ ਇਹੋ ਸ਼ਬਦ ਜਿਹੜਾ ਉਹ ਪੜ੍ਹਿਆ ਜਾਂਦਾ। ਤੋ ਹਾਲਾਂਕਿ ਇਹਦਾ ਕੋਈ ਮਤਲਬ ਸਰੀਰ ਦੇ ਮਰਨ ਨਾਲ ਕੋਈ ਸੰਬੰਧ ਹੀ ਨਹੀਂ, ਪਰ ਕਿਉਂਕਿ ਪ੍ਰੈਕਟਿਸ ਹੈ ਨਾ, ਉਹ ਪ੍ਰੈਕਟਿਸ ਹੋ ਗਈ ਹੈ ਤੇ ਉਹ ਇਹਨੂੰ ਇੰਝ ਲੱਗਦਾ ਜਿਵੇਂ ਐਕਸੈਪਟ ਹੋ ਗਈ। ਤੋ ਮੈਨੂੰ ਯਾਦ ਹੈ ਕਿ
ਕਾਫੀ ਬਹੁਤ ਪੁਰਾਣੀ ਗੱਲ ਹੈ। ਉਸ ਵੇਲੇ ਹਰਜੀਤ ਸਿੰਘ ਜੀ ਜਵਾਨ ਸਨ ਤੇ ਜਲੰਧਰ ਸਾਡੇ ਗੁਰਦੁਆਰਾ ਸਾਹਿਬ ਇੱਕ ਤੇ ਸੇਵਾ ਲੱਗੀ ਸੀ ਹਰਜੀਤ ਸਿੰਘ ਜੀ ਦੀ, ਮੇਰੀ ਪ੍ਰਭਜੋਤ ਸਿੰਘ ਜੀ। ਤੇ ਇਹ ਜਿਹੜਾ ਸ਼ਬਦ ਹੈ, ਕਿਉਂਕਿ ਸਵੇਰੇ ਉੱਥੇ ਹੁੰਦਾ ਸੀ 6 ਤੋਂ ਲੈ ਕੇ ਪੌਣੇ 7 ਤੱਕ ਸਾਡਾ ਪ੍ਰੋਗਰਾਮ ਅੰਮ੍ਰਿਤ ਵੇਲੇ, ਤੇ ਉਹਦੇ ਵਿੱਚ ਇਸ ਸ਼ਬਦ ਦੀ ਮੈਂ ਵਿਆਖਿਆ ਕਰ ਦਿੱਤੀ ਤੇ ਦੂਜੇ ਦਿਨ ਸੈਕਟਰੀ ਸਾਹਿਬ ਤੇ ਸਾਡੇ ਗੱਲ ਪੈ ਗਈ, ਕਿਉਂਕਿ ਉਹਨੂੰ ਆਲੇ ਦੁਆਲੇ ਸੰਗਤਾਂ ਨੇ ਬੜਾ ਲਾਂਭਾ ਦਿੱਤਾ ਵੀ ਤੁਸੀਂ ਕਿਹੜਾ ਗਿਆਨੀ ਲੈ ਕੇ ਬਿਠਾ ਦਿੱਤਾ, ਸਵੇਰੇ ਸਵੇਰੇ ਮਰਨ ਦੀਆਂ ਗੱਲਾਂ ਕਰੀ ਜਾਂਦਾ। ਮੈਂ ਕਿਹਾ ਮੈਂ ਤੇ ਜੀਣ ਦੀਆਂ ਗੱਲਾਂ ਕੀਤੀਆਂ, ਮਰਨ ਦੀਆਂ ਤੇ ਕੀਤੀਆਂ ਹੀ ਨਹੀਂ। ਪਰ ਖੈਰ ਮੇਰਾ ਮਤਲਬ ਹੈ ਕਿ ਜਿਹੜੀ ਚੀਜ਼ ਪ੍ਰੈਕਟਿਸ ਬਣ ਜਾਏ, ਉਹਨੂੰ ਕਈ ਵਾਰੀ ਇੰਜ ਲੱਗਦਾ ਕਿ ਉਹ ਮਨਾਂ ਤੇ ਐਕਸੈਪਟ ਹੋ ਜਾਂਦੀ, ਹਾਲਾਂਕਿ ਐਕਸੈਪਟ ਨਹੀਂ ਹੁੰਦੀ। ਤਾਂ ਖੈਰ ਮੈਂ ਬੇਨਤੀ ਇਸ ਵੀਰ ਜੀ ਹਰਜੀਤ ਸਿੰਘ ਜੀ ਦਾ ਬੜਾ ਧੰਨਵਾਦ ਹੈ, ਤੁਸੀਂ ਬੜੇ ਖੋਲ ਕੇ ਇਹਦਾ ਉੱਤਰ ਦਿੱਤਾ ਹੈ। ਔਰ ਮੈਂ ਬੇਨਤੀ ਕਰ ਰਿਹਾ ਡਾਕਟਰ ਸਾਹਿਬ ਨੂੰ, ਡਾਕਟਰ ਸਾਹਿਬ ਸਿੰਘ ਜੀ ਨੂੰ, ਜਿਨ੍ਹਾਂ ਦਾ ਇਹ ਸਵਾਲ ਆਇਆ, ਵੀ ਸਾਨੂੰ ਉਮੀਦ ਹੈ ਵੀ ਇਹ ਆਪ ਜੀ ਨੂੰ ਇਹਦੀ ਠੀਕ ਲੱਗਿਆ ਹੋਏਗਾ। ਨਹੀਂ ਤਾਂ ਆਪ ਜੀ ਫਿਰ ਦੁਬਾਰਾ ਕੋਈ ਕੁਐਸਚਨ ਜਿਹੜਾ ਸਾਨੂੰ ਭੇਜ ਸਕਦੇ ਹੋ। ਧੰਨਵਾਦ ਸਭ ਦਾ।